बानी गुरु गुरु है बानी, विच बानी अमृत सारे। गुर बानी कहे सेवक जन माने, परतख गुरु निस्तारे। कमाले करामात कायम करी, रजा बख्श राजक रिहा को रही। सतनाम धन वाहिगुरु साहिब जियो। होरियो गंग वहाइए, दुनियाई आखे के क्यों न। नानक ईसर जगन्नाथ, उच हदी वैन विर क्यों न। माधाना पर्वत कर, नेत्र पासक शब्द ऋण क्यों न। चौदह रतन निकालियन, कर आवा कौन चिल क्यों न। कुदरत एह विखालियन, जिन एवड पिड ठिन क्यों न। लहने धर ओन शतर सिर, आसमान के आड़ा शिक क्यों न। जोत समानी जोत माहे, आप आपे सिद्धि में क्यों न। सिखा पुत्रा कोख कै, सब उम्मत वेखो जे क्यों न। जां सधोस ता लहना टिक क्यों न। सिखा पुत्रा कोख कै, सब उम्मत वेखो जे क्यों न। जां सधोस ता लहना टिक क्यों न। परम सत्कारयोग, परम सम्मानयोग, जबर छतर तख्त दे मालिक धन धन गुरु ग्रंथ साहिब जी महाराज, तिन्हां ने सानू अज का एक होर दिन सफल करने वास्ते दे दिता है। धन धन गुरु ग्रंथ साहिब जी महाराज का कोटान कोट धन्नवाद है, जो अपने हुक्म दे विच
अपनी रजा दे विच अपनी बख्शिश दे नाल अपनी विचार करवाउण दे लई ਇਹ ਸਮਾਂ ਹੈ ਜੋ ਬਖਸ਼ਿਆ ਹੈ। ਪਿਛਲੇ ਸਮੇਂ ਤੋਂ ਆਪਾਂ ਲਗਾਤਾਰ ਰਾਮਕਲੀ ਕੀ ਵਾਰ, ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੀ ਬਾਣੀ, ਤਿਸ ਦੀ ਲੜੀਵਾਰ ਵਿਚਾਰ ਆਪਾਂ ਕਰਦੇ ਆ ਰਹੇ ਹਾਂ। ਕੱਲ ਤੱਕ 3 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਇਹ ਜੋ 3 ਪੌੜੀਆਂ ਹਨ, ਵਿਦਵਾਨਾਂ ਦੇ ਮੁਤਾਬਿਕ, ਇਤਿਹਾਸਕਾਰ ਜੋ ਦੱਸਦੇ ਹਨ, ਰਾਏ ਬਲਵੰਡ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰੀਆਂ ਹੋਈਆਂ ਹਨ। ਹੁਣ ਜੋ ਚੌਥੀ ਪੌੜੀ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਚੌਥੀ ਪੌੜੀ, 5ਵੀਂ ਪੌੜੀ, 6ਵੀਂ ਪੌੜੀ, 7ਵੀਂ ਤੇ 8ਵੀਂ ਪੌੜੀ, ਇਹ ਬਾਬਾ ਸੱਤਾ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰੀ ਹੋਈ ਹੈ। ਪਹਿਲੀਆਂ 3 ਪੌੜੀਆਂ ਦੇ ਵਿੱਚ ਬਾਬਾ ਬਲਵੰਡ ਜੀ, ਰਾਏ ਬਲਵੰਡ ਜੀ ਨੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਿਫਤ ਤੋਂ ਸਲਾਹ ਕੀਤੀ ਹੈ। ਇਸ ਪੌੜੀ ਦੇ ਵਿੱਚ ਵੀ ਬਾਬਾ ਸੱਤਾ ਜੀ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਿਫਤ ਕਰਨਗੇ। ਉਹਨਾਂ ਦੀ ਸਿਫਤ ਦੇ ਵਿੱਚ ਉਚਾਰੀ ਹੋਈ ਪੌੜੀ ਹੈ। ਆਪਾਂ ਦੇਖਦੇ ਹਾਂ, ਇੱਕ ਸ਼ਬਦ ਹੈ ਸਿਫਤ ਤੇ ਦੂਸਰਾ ਸ਼ਬਦ ਹੈ ਨਿੰਦਿਆ। ਤੁਸੀਂ ਕਦੀ ਵਿਚਾਰ ਕਰੋ, ਜਦੋਂ ਅਸੀਂ ਕਿਸੇ ਇਨਸਾਨ ਦੀ ਨਿੰਦਿਆ ਕਰਦੇ ਹਾਂ ਤੇ ਨਿੰਦਿਆ ਅਸੀਂ ਕਿੰਨੀ ਕੁ ਉਹਦੀ ਕਰ ਸਕਦੇ ਹਾਂ। ਨਿੰਦਿਆ ਦਾ ਵਿਦਵਾਨਾਂ ਦੇ ਮੁਤਾਬਕ, ਵਿਦਵਾਨ ਲਿਖਦੇ ਹਨ ਕਿ ਜਿਹੜਾ ਨਿੰਦਿਆ ਦਾ ਕੋਸ਼ ਹੈ, ਜਿਹਨੂੰ ਅਸੀਂ ਡਿਕਸ਼ਨਰੀ ਕਹਿ ਲਈਏ, ਜਾਂ ਜਿਹੜੀ ਨਿੰਦਿਆ ਦੇ ਜਿਹੜੇ ਸ਼ਬਦ ਹਨ ਉਹ ਬੜੇ ਸੀਮਤ ਜਿਹੇ ਹਨ। ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਤੇ ਸਾਡੇ ਦੁਆਰਾ ਕੀਤੀ ਹੋਈ ਨਿੰਦਿਆ ਜਿਹੜੀ ਹੈ ਉਹ ਉਹਦੇ ਕੰਨਾਂ ਵਿੱਚ ਪਹੁੰਚ ਜਾਂਦੀ ਹੈ। ਚਾਹੇ ਅਸੀਂ ਕਿਸੇ ਕੋਲ ਕਰੀਏ, ਹੌਲੀ ਹੌਲੀ ਉਹਦੇ ਕੋਲ ਪਹੁੰਚ ਜਾਣੀ ਹੈ। ਅਸੀਂ ਉਹਦੀ ਨਿੰਦਿਆ 2 ਦਿਨ ਕਰ ਲਵਾਂਗੇ, 4 ਦਿਨ ਕਰ ਲਵਾਂਗੇ, 5 ਦਿਨ ਕਰ ਲਵਾਂਗੇ, ਸਾਲ ਕਰ ਲਵਾਂਗੇ। ਜਦੋਂ ਫਿਰ ਉਹ ਇਨਸਾਨ ਜਿਹਦੀ ਆਪਾਂ ਨਿੰਦਿਆ ਕਰ ਰਹੇ ਹਾਂ ਉਹ ਖਿਝ ਜਾਵੇਗਾ, ਉਹ ਆ ਕੇ ਫਿਰ ਸਾਡੇ ਕੋਲ ਪੁੱਛੇਗਾ ਵੀ ਤੂੰ ਭਾਈ ਮੇਰੀ ਨਿੰਦਿਆ ਕਿਉਂ ਕਰਦਾ ਹੈ, ਜਾਂ ਉਹ 4 ਬੰਦੇ ਇਕੱਠੇ ਹੋ ਕੇ ਸਾਡੇ ਕੋਲ ਲੈ ਕੇ ਆਵੇਗਾ ਵੀ ਇਹ ਮੇਰੀ ਨਿੰਦਿਆ ਕਰਨ ਦਿਆ, ਆਪਾਂ ਇਹਨੂੰ ਪੁੱਛੀਏ। ਸੋ ਕਹਿਣ ਤੋਂ ਭਾਵ ਜਦੋਂ 4 ਬੰਦੇ ਇਕੱਠੇ ਹੋਣਗੇ ਫਿਰ ਉਹਨਾਂ ਦੇ ਵਿੱਚ ਇੱਕ ਇਕਰਾਰਨਾਮਾ ਲਿਖਿਆ ਜਾਵੇਗਾ, ਅੱਜ ਤੋਂ ਬਾਅਦ ਤੂੰ ਇਹਦੀ ਨਿੰਦਿਆ ਨਹੀਂ ਕਰਨੀ। ਜਿਹੜਾ ਵੀ ਇੱਕ ਦੂਜੇ ਦੀ ਨਿੰਦਿਆ ਕਰੇਗਾ ਉਹਨੂੰ ਇਤਨਾ ਜੁਰਮਾਨਾ ਹੋਵੇਗਾ। ਕਹਿਣ ਤੋਂ ਭਾਵ ਕਿ ਉੱਥੋਂ ਤੋਂ ਜਿਹੜੀ ਨਿੰਦਿਆ ਨਾ, ਉਹ ਨਿੰਦਿਆ ਦਾ ਜਿਹੜਾ ਕੰਮ ਹੈ ਉਹ ਬੰਦ ਹੋ ਜਾਵੇਗਾ। ਸੋ ਕਿਸੇ ਨੇ ਕਿਸੇ ਦੀ ਨਿੰਦਿਆ 10 ਦਿਨ ਕਰ ਲਈ, 20 ਦਿਨ ਕਰ ਲਈ, ਮਹੀਨਾ ਕਰ ਲਈ, ਸਾਲ ਕਰ ਲਈ, ਆਖਰ ਉਹ ਜਿਹੜੀ ਨਿੰਦਿਆ ਹੈ ਉਹ ਇੱਕ ਦਿਨ ਬੰਦ ਹੋ ਜਾਵੇਗੀ। ਜਦੋਂ ਅਸੀਂ ਦੂਜੇ ਪਾਸੇ ਸਿਫਤ ਦੀ ਗੱਲ ਕਰਦੇ ਹਾਂ, ਚਾਹੇ ਸਿਫਤ ਤੁਸੀਂ ਕਿਸੇ ਇਨਸਾਨ ਦੀ ਕਰੋ, ਚਾਹੇ ਸਿਫਤ ਤੁਸੀਂ ਪਰਿਪੂਰਨ ਪਰਮਾਤਮਾ ਦੀ ਕਰੋ, ਮਹਾਰਾਜ ਤਾਂ ਇੱਥੋਂ ਤੱਕ ਫਰਮਾਉਂਦੇ ਕਿ ਸਿਫਤੀ ਭਰੇ ਤੇਰੇ ਭੰਡਾਰਾ, ਕਿ ਪਰਮਾਤਮਾ ਦੇ ਜਿਹੜੀ ਸਿਫਤ ਹੈ ਨਾ ਉਹ ਭੰਡਾਰ ਭਰੇ ਹੋਏ ਹੈ। ਇੰਨੀ ਜ਼ਿਆਦਾ ਉਹਦੇ ਸ਼ਬਦ ਹਨ। ਇਸੇ ਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੂ, ਤੂੰ ਠਾਕੁਰ ਊਚ ਭਗਵਾਨਾ, ਸਿਫਤੀ ਭਰੇ ਤੇਰੇ ਭੰਡਾਰਾ। ਭੰਡਾਰ ਭਰੇ ਹੋਏ ਹੈ ਸਿਫਤੀ ਦੇ ਪਰਮਾਤਮਾ ਦਾ। ਕਿਹੜੇ ਪਾਸਾ ਤੁਸੀਂ ਲੈ ਲਓ, ਕਿਹੜੇ ਉਹਦੇ ਗੁਣ ਦੀ ਸਿਫਤ ਕਰੋ, ਉਹਦੇ ਤਾਂ ਅਨੇਕਾਂ ਹੀ ਗੁਣ ਹਨ। ਇਸ ਲਈ ਮਹਾਰਾਜ ਫਰਮਾਉਂਦੇ, ਇਹਦੇ ਨਿੰਦਿਆ ਤੇ ਹਰ ਇਨਸਾਨ ਕਰ ਲੈਂਦਾ ਹੈ, ਪਰੰਤੂ ਸੰਗਤ ਦੇ ਵਿੱਚ ਆ ਕੇ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਕਰਨੀ, ਸੰਗਤ ਦੇ ਵਿੱਚ ਬੈਠ ਕੇ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਕਰਨੀ ਜਾਂ ਸਿਫਤ ਸੁਣਨੀ, ਇਹ ਵੀ ਕਹਿੰਦੇ ਪਰਮਾਤਮਾ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਕਹਿੰਦੇ ਹੁੰਦਾ। ਮਹਾਰਾਜ ਫਰਮਾਉਂਦੇ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਕਿਸੇ ਦੀ ਸਿਫਤ ਕਰਨੀ, ਪਰਮਾਤਮਾ ਦੀ ਸਿਫਤ ਕਰਨੀ ਤੇ ਪਰਮਾਤਮਾ ਦੀ ਸਿਫਤ ਸੁਣਨੀ, ਇਹ ਬਖਸ਼ਿਸ਼ ਤੋਂ ਬਗੈਰ ਨਹੀਂ ਹੈ।
वरना निंदिया ते सारी दुनिया ही जिहड़ी है वो करी जाती। महाराज कहते ये जिसनों बख्शे सिफत सलाह नानक पातशाही पातशाह। आओ आपां भी धन धन गुरु ग्रंथ साहिब जी महाराज गुरु साहिबाना दे जिहड़े शब्द है आओ आपां सिफत रूप दे विच गावीए, सिफत रूप दे विच उन्हां दी विचार करिए, तां जो असीं भी परिपूर्ण परमात्मा दी नज़र दे जिहड़े पात्र जिहड़े है वो आपां बन जाइए। पहलियां पंक्तियां आरंभ वालियां पंक्तियां महाराज फरमाउंदे आपां कला कला अक्षर विचारन की कोशिश करांगे। महाराज फरमाउंदे होरियो गंग वहाई है दुनियाई आखै के क्योल। होरियो सब तो पहला यदि आपां अखरी अर्थ कर लईए, गुरु नानक साहिब दा घर ऐसा है जिस घर दे विच गुरु नानक साहिब की आमद तो पहला जो दुनिया के रीति के रिवाज सन, जो दुनिया के अडंबर सन, गुरु नानक देव जी ने उन्हां अडंबरां नूं जां उन्हां रीति रिवाजां दे उलट अपने विचार दिते। कहण तो भाव कि गुरु नानक साहिब की फिलॉसफी इसे लिए तो भाई साहब भाई गुरदास जी फरमाते हैं ना, भाई साहब जी फरमाते हैं कि गुरु नानक का जिहड़ा धर्म है, गुरु नानक ने जिहड़ा सिक्का चलाया है धर्म का, वो इस संसार दे विच उस समय दे चलदे हुए सिक्कियां दे नालों एक वखरा है। भाई साहब जी फरमाते हैं मारिया सिक्का जगत विच नानक निर्मल। निर्मल का अखरी अर्थ है बिल्कुल वखरा, बिल्कुल न्यारा, जिहदे विच किसी भी किस्म की कोई मैल नहीं। भाई साहब भाई गुरदास जी फरमाते मारिया सिक्का जगत विच नानक निर्मल पंथ चलाया। तन तन गुरु नानक देव जी महाराज ने एक वखरा ही पंथ जिहड़ा, एक वखरा ही जिहड़ा धर्म की गुरु नानक साहिब ने नींह जिहड़ी है ना वो रखी है, जो पहला दे धर्म सन उहदे नालों बिल्कुल वक्री। इहो ही तां फिर इत्थे कह रहे हैं बाबा सत्ता जी होरियों गंग वहाई है। कहते गंगा जिस पासे नूं चलदी सी ना, गुरु नानक साहिब ने उस गंगा की जिहड़ी दिशा ही कहते बदल दी। आपां इहदे पहला अखरी अर्थ कर लईए फिर आपां इहदे भाव अर्थां विच आवांगे। होरियों गंग वहाई है दुनियाई आके, हुण दुनिया कह रही है ये नवा काम गुरु नानक साहब ने नवी रीत की कर दी। गंगा शब्द जिहड़ा ना वो धन धन गुरु ग्रंथ साहिब दे विच बहुत बार वरतिया गया। आपां एक दो प्रमाण लवांगे गंगा शब्द दे। महाराज फरमाउंदे उल्टी गंगा जमन मिलावो। उल्टी गंगा, गंगा नूं उल्टी करके उहदी दिशा नूं उल्टियां करके ते जमुना नदी विच मिला देना, इहो ही होरियो गंग वहाई है। उल्टी गंगा जमन मिलावो। हुण धन धन गुरु ग्रंथ साहिब जी महाराज दे विच जिथे ते गंगा नदी की गल कीती गई है, उत्थे गंगा शब्द दे गुरु ग्रंथ साहिब दे विच होर भी जिहड़े है अर्थ कीते गए हैं। कला जिस तरह असी गुरु ग्रंथ साहिब जी महाराज दे विच शब्द अमृत पढ़ते हाँ, अमृत शब्द बोलण दे विच हर बार जो अमृत आवेगा ना उहदा उच्चारण जिहड़ा इक्को जिहा होवेगा, लेकिन उहदे अर्थ जिहड़े है वो वखरे वखरे होणगे। आपां दो चार प्रमाण लईए। असी शब्द पढ़ते हाँ अमृत, अमृत का अखरी अर्थ एक थां ते पवित्र दुध भी आ रहा। महाराज फरमाउंदे पशु मिले चंगियाइयां खड़ खावे अमृत दे। पशुओं नूं कहंदे लोग बड़ा सलाउंदे हन क्योंकि वो की करते हैं घाह फूस खा के ते अमृतमई जिहड़ा दुध है वो दिंदे हन। दूसरा अमृत शब्द समय दे नाल भी इहदा जिहड़ा है वो मेल करवाया। असी जपजी साहिब पढ़ते हाँ अमृत वेला, इस समय दे नाल इहदा मेल कराया। अमृत वेला सच नाओ वडियाई विचार। ते फिर असी सुखमनी साहिब पढ़ते हाँ उहदे विच नाम नूं भी जिहड़ा अमृत कहा गया। नौनिध अमृत प्रभ का नाम देही मैं इसका विश्राम। फिर अमृत शब्द शरीर के अंदर जिहड़े दैवी गुण है
ਉਹਨਾਂ ਵਾਸਤੇ ਵੀ ਵਰਤਿਆ ਗਿਆ। ਮਹਾਰਾਜ ਫਰਮਾਉਂਦੇ ਇਸ ਕਾਇਆ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਤੇ ਕੀ ਕਰਦੇ ਅੰਮ੍ਰਿਤ ਲੂਟੇ। ਹੁਣ ਸ਼ਬਦ ਅੰਮ੍ਰਿਤ ਹੀ ਹੈ, ਕਿਤੇ ਅੰਮ੍ਰਿਤ ਦੇ ਅਖਰੀ ਅਰਥ ਦੁੱਧ ਆ ਰਹੇ ਹਨ, ਕਿਤੇ ਅੰਮ੍ਰਿਤ ਦਾ ਅਖਰੀ ਅਰਥ ਸਮੇਂ ਦੇ ਨਾਲ ਜਿਹੜਾ ਅੰਮ੍ਰਿਤ ਵੇਲਾ ਜਿਹਨੂੰ ਆਪਾਂ ਕਹਿੰਦੇ ਸਵੇਰੇ 3 ਤੋਂ 6 ਵਜੇ ਦਾ, ਉਹ ਸਮੇਂ ਦੇ ਨਾਲ ਅੰਮ੍ਰਿਤ ਦਾ ਜਿਹੜਾ ਉਹਦਾ ਅਰਥ ਆ ਰਿਹਾ। ਕਿਤੇ ਅੰਮ੍ਰਿਤ ਦਾ ਅਖਰੀ ਅਰਥ ਦੇ ਅੰਦਰ ਦੇ ਸ਼ੁਭ ਗੁਣ ਆ ਰਹੇ। ਇਸ ਕਾਇਆ ਅੰਦਰ ਪੰਚ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟ ਹੈ ਮਨ ਮੁਖ ਨਹੀਂ ਪੂਜੇ ਕੋਈ ਨਾ ਸੁਨੇ ਪੁਕਾਰਾ। ਮੇਰੇ ਕਹਿਣ ਤੋਂ ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ, ਉਥੇ ਕਾਇਆ ਨੂੰ ਵੀ ਅੰਮ੍ਰਿਤ ਕਿਹਾ ਗਿਆ, ਅੰਮ੍ਰਿਤ ਕਾਇਆ ਰਹੇ ਸੁਖਾਲੀ। ਫਿਰ ਮਹਾਰਾਜ ਇੱਥੇ ਫਰਮਾਉਂਦੇ ਹਨ ਕਿ ਗੰਗਾ ਸ਼ਬਦ ਇੱਕ ਤੇ ਗੰਗਾ ਨਦੀ ਵਾਸਤੇ ਹੈ, ਦੂਸਰਾ ਮਹਾਰਾਜ ਜਦੋਂ ਗੰਗਾ ਸ਼ਬਦ ਦੇ ਹੋਰ ਅਰਥ ਕਰਦੇ ਆ ਨਾ ਤੇ ਮਹਾਰਾਜ ਫਰਮਾਉਂਦੇ ਹਨ ਗੰਗਾ ਜਲ ਗੁਰੂ ਗੋਬਿੰਦ ਨਾਮ ਪਰਿਪੂਰਨ ਪਰਮਾਤਮਾ ਦਾ ਨਾਮ ਹੀ ਕਹਿੰਦੇ ਜਿਹੜਾ ਉਹ ਗੰਗਾ ਜਲ ਹੈ ਸਿੱਖ ਵਾਸਤੇ। ਗੰਗਾ ਜਲ ਗੁਰੂ ਗੋਬਿੰਦ ਨਾਮ ਜੋ ਸਿਮਰੈ, ਜੋ ਕਹਿੰਦੇ ਉਸ ਦੇ ਨਾਮ ਨੂੰ ਕਹਿੰਦੇ ਸਿਮਰੇਗਾ, ਉਸ ਦੇ ਨਾਮ ਨੂੰ ਕਹਿੰਦੇ ਚੇਤੇ ਕਰੇਗਾ, ਉਹਦੇ ਨਾਮ ਨੂੰ ਆਪਣੀ ਕਹਿੰਦੇ ਸੁਰਤ ਵਿੱਚ ਲੈ ਕੇ ਆਵੇਗਾ। ਮਹਾਰਾਜ ਫਰਮਾਉਂਦੇ ਗੰਗਾ ਜਲ ਗੁਰੂ ਗੋਬਿੰਦ ਨਾਮ ਜੋ ਸਿਮਰੇ ਤਿਸ ਕੀ ਗਤ ਹੋਵੇ, ਜੋ ਸਿਮਰੇ ਤਿਸ ਕੀ ਗਤ ਹੋਵੇ, ਉਹ ਉਸ ਦੀ ਅਵਸਥਾ ਉਹ ਇਥੋਂ ਸੰਸਾਰ ਤੋਂ ਕਹਿੰਦੇ ਮੁਕਤ ਹੋ ਕੇ ਜਾਵੇਗਾ। ਜੋ ਸਿਮਰੇ ਤਿਸ ਕੀ ਗਤ ਹੋਵੇ ਪੀਵਤ ਬਹੁੜ ਨਾ ਜੋਨ ਪਰਮਾਮ, ਤੇ ਫਿਰ ਜਦੋਂ ਪੀਵੇਗਾ ਫਿਰ ਦੁਬਾਰਾ ਕਹਿੰਦੇ ਜੂਨਾਂ ਦੇ ਵਿੱਚ ਉਹ ਨਹੀਂ ਪਵੇਗਾ। ਇੱਥੇ ਮਹਾਰਾਜ ਫਰਮਾ ਰਹੇ ਹਨ ਹੋਰਿਓ ਗੰਗ ਵਹਾਈ ਹੈ। ਮਹਾਰਾਜ ਕਹਿੰਦੇ ਬਾਬਾ ਸੱਤਾ ਜੀ ਫਰਮਾਉਂਦੇ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਨਵੀਂ ਹੀ ਗੰਗਾ ਜਿਹੜੀ ਹੈ ਉਹਦੀ ਦਿਸ਼ਾ ਕਹਿੰਦੇ ਕਰ ਦਿੱਤੀ। ਦੁਨਿਆਈ ਆਕੇ ਕੇ ਕਿਉਂ, ਦੁਨੀਆ ਦੇ ਲੋਕ ਦੇਖਦੇ ਹਨ ਇਹ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਕਰ ਦਿੱਤਾ। ਆਪਾਂ ਦੇਖੀਏ ਇੱਕ ਦੋ ਆਪਾਂ ਪ੍ਰਮਾਣ ਲਈਏ। ਵੈਸੇ ਤੇ ਹਿੰਦੂ ਧਰਮ ਦੇ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਦੇਵਨਾਗਰੀ ਕਿਹਾ ਗਿਆ ਸੀ। ਕਹਿੰਦੇ ਜੇਕਰ ਤੁਸੀਂ ਪਰਮਾਤਮਾ ਨੂੰ ਮਿਲਣਾ ਤੇ ਜਿਹੜੀ ਦੇਵਤਿਆਂ ਦੀ ਬੋਲੀ ਆ ਉਹ ਸੰਸਕ੍ਰਿਤ ਹੈ। ਇਸਲਾਮ ਧਰਮ ਦੇ ਵਿੱਚ ਫਾਰਸੀ ਭਾਸ਼ਾ ਨੂੰ ਦੇਵਨਾਗਰੀ ਮਾਫ ਕਰਨਾ ਇਸਲਾਮ ਭਾਸ਼ਾ ਦੇ ਵਿੱਚ ਫਾਰਸੀ ਭਾਸ਼ਾ ਨੂੰ ਅੱਲਾ ਦੀ ਭਾਸ਼ਾ ਮੰਨਿਆ ਗਿਆ। ਇਸੇ ਤਰ੍ਹਾਂ ਵੱਖ-ਵੱਖ ਧਰਮ ਨੇ ਆਪਣੀ ਆਪਣੀ ਭਾਸ਼ਾ ਨੂੰ ਪਰਮਾਤਮਾ ਦੀ ਭਾਸ਼ਾ ਜਾਂ ਰੱਬ ਦੀ ਭਾਸ਼ਾ ਜਾਂ ਅੱਲਾ ਦੀ ਭਾਸ਼ਾ ਜਿਹਨੂੰ ਵੀ ਉਹ ਮੰਨਦੇ ਉਹ ਮੰਨਿਆ ਗਿਆ। ਲੇਕਿਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਦੇਖੋ ਗੁਰੂ ਨਾਨਕ ਸਾਹਿਬ ਨੇ ਨਵਾਂ ਕੰਮ ਕੀ ਚਲਾਇਆ, ਹੋਰਿਓ ਗੰਗ ਵਹਾਈ ਹੈ। ਗੁਰੂ ਨਾਨਕ ਸਾਹਿਬ ਨੇ ਨਵੀਂ ਰੀਤੀ ਕੀ ਚਲਾਈ, ਕਹਿੰਦੇ ਦੁਨੀਆ ਦੇ ਲੋਕੋ ਜੇ ਤੁਸੀਂ ਇਹ ਕਹਿੰਦੇ ਹੋ ਕਿ ਇਕੱਲੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਇਹ ਤੁਹਾਡੇ ਵਾਸਤੇ ਕਹਿੰਦੇ ਬਹੁਤ ਵੱਡੀ ਕਹਿੰਦੇ ਮੂਰਖਤਾ ਹੈ। ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਇਸਲਾਮ ਧਰਮ ਦੇ ਵਿੱਚ ਅੱਲਾ ਦੀ ਪ੍ਰਾਪਤੀ ਦੇ ਲਈ ਸਿਰਫ ਫਾਰਸੀ ਜਾਂ ਅਰਬੀ ਹੀ ਬੋਲਣੀ, ਕਹਿੰਦੇ ਇਹ ਵੀ ਗੱਲ ਕਹਿੰਦੇ ਠੀਕ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਚਾਹੇ ਦੇਵਨਾਗਰੀ ਬੋਲ, ਤੂੰ ਚਾਹੇ ਫਾਰਸੀ ਬੋਲ, ਤੂੰ ਚਾਹੇ ਪਾਲੀ ਭਾਸ਼ਾ ਬੋਲ, ਤੂੰ ਚਾਹੇ ਪ੍ਰਾਕਿਰਤ ਭਾਸ਼ਾ ਬੋਲ, ਲੇਕਿਨ ਤੇਰੀ ਭਾਸ਼ਾ ਦੇ ਵਿੱਚ ਜਿੰਨੀ ਦੇਰ ਤੱਕ ਕਹਿੰਦੇ ਪਿਆਰ ਨਹੀਂ ਹੈ ਨਾ ਉਨੀ ਦੇਰ ਤੱਕ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਜਾਂ ਪਰਮਾਤਮਾ ਤੱਕ ਤੇਰੀ ਪਹੁੰਚ ਨਹੀਂ ਹੋ ਸਕਦੀ। ਅਸੀਂ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਦੇ ਹਾਂ, ਸਾਚਾ ਸਾਹਿਬ ਸੱਚ ਨਾਏ, ਤੇ ਮਹਾਰਾਜ ਕਹਿੰਦੇ ਭਾਖਿਆ ਭਉ ਅਪਾਰ, ਕਹਿੰਦੇ ਉਹਦੀ ਬੋਲੀ ਦੇ ਵਿੱਚ ਕਹਿੰਦੇ ਭਾਖਿਆ ਦਾ ਅਖਰੀ ਅਰਥ ਹੈ ਬੋਲੀ, ਉਹਦੀ ਬੋਲੀ ਦੇ ਵਿੱਚ ਕਹਿੰਦੇ ਪਿਆਰ ਹੋਣਾ ਚਾਹੀਦਾ। ਤੇ ਪਿਆਰ ਕਿੰਨਾ ਆਪਾਰ, ਉਸ ਪਿਆਰ ਜਿਸ ਪਿਆਰ ਦਾ ਕਹਿੰਦੇ ਪਾਰ ਨਾ ਬੰਨਣਾ ਨਹੀਂ। ਇਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਅਸੀਂ ਰੋਜ਼ਾਨਾ ਪੜ੍ਹਦੇ ਹਾਂ ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਨਾਨਕ ਦੇ ਘਰ ਦੀ ਸ਼ੁਰੂਆਤ ਹੀ ਪ੍ਰੇਮ ਦੇ ਨਾਲ ਹੋ ਰਹੀ ਹੈ। ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ
पायो। परमात्मा नूं प्राप्त करन वास्ते सब तो पहली जिहड़ी पौड़ी है तेरी वो है प्रेम की पौड़ी। अगर तेरे अंदर प्रेम नहीं है ना तो तू परमात्मा की प्राप्ति नहीं कर सकता। दूसरा मैं प्रवान दिया इतिहास तो गुरु ग्रंथ साहब जी महाराज के आपां जो दर्शन करते हैं ना, तुसी देखो गुरु नानक देव जी महाराज के आउण तो पहला दुनिया के लोग ब्रह्मा विष्णु ते महेश नूं ही अपना इष्ट मानते सन। उन्हां तक उन्हां दी पहुंच सी, उन्हां विच वो रुझे हुए सन। लेकिन जदों असीं गुरु ग्रंथ साहब जी महाराज के दर्शन करते हैं, जदों धन धन गुरु नानक देव जी महाराज जपजी साहिब की बाणी की शुरुआत करते हैं, उन्हां दी शुरुआत ही एक तो हो रही है। कहण तो भाव गुरु नानक देव जी महाराज कहते तुसी कहते जदों तुहानूं रिज़क दी जां किसी संतान की प्राप्ति की लोड़ है, तुसी कहते ब्रह्मा नूं मनदे हो। जे तुहानूं रिज़क की लोड़ है फिर तुसी कहते विष्णु को जाते हो। जदों कहते तुहाडा समा आ जाता पूरा फिर तुसी कहते महेश को जाते हो, शिव जी को जाते हो। नहीं कहते ये जिहड़े तिन्ने हन तुहानूं वख-वख कम्मां दे वास्ते वख-वख दे कोल जाना पवेगा। महाराज कहते इन्हां तिन्नां नूं चलाउण वाला ते ओ परिपूर्ण परमात्मा। महाराज कहते इन्हां तिन्नां नूं एक पासे करके उस परिपूर्ण परमात्मा दे नाल कहते जिहड़ी अपनी सांझ है ना वो पाई जावे। जपजी साहिब की शुरुआत ही एक ओंकार तो हो रही है। कहते वो परिपूर्ण परमात्मा वो एक है और वो जिहड़ा परमात्मा है वो सारा कुछ करन दे समर्थ है। उहदे हत्थ दे विच सारियां शक्तियां। कोई कहता सी मैं 14 कला संपूर्ण दे नाल जुड़िया, कोई कहता मैं 16 कला संपूर्ण दे नाल जुड़िया। ते गुरु नानक देव जी महाराज कहते मैं तेनों ओहदे नाल जोड़ांगा जिहड़ा अनंत कला सारियां कलावां जिहड़ा संपूर्ण है। असीं बचन भी पढ़ते हैं ना, डंडौत बंदन अनकबार सर्व कला समरथ। वो जिहड़ा परिपूर्ण परमात्मा सारियां कलावां दे समरथ है। एक होर प्रमाण उस समय का जिहड़ा ब्राह्मण सी ना वो कह रहा सी, जिहड़ी इत्थों गल जिहड़ी नाल आके टुकदी, उस समय का ब्राह्मण कह रहा सीगा कि आउण वाले समय दे विच जिहड़ा गुरु है ना वो मेरे घर दे विचों ही पैदा होवेगा। लेकिन धन धन गुरु नानक देव जी महाराज का घर देखो, उन्होंने गुरु जिहड़ी गुरु दे विच अगले शरीर विच अपनी जिहड़ी जोत टिकाउण दे लई अपना घर नहीं देखिया। उन्होंने बाबा लैणा जी को देखिया जिहड़ा एक गुरु नानक दे घर दे विच एक सेवादार है, एक सेवक है। इत्थों जिहड़ा शब्द है ना बाबा सत्ता जी ने फरमाया, कहते देखो गुरु नानक देव जी का घर, कहते ब्राह्मण तां कह रहा सीगा कि मेरे घर दे विचों ही अगला गुरु होवेगा, होर कोई नहीं हो सकता। लेकिन गुरु नानक का घर देखो, उन्हें अपने पुत्र बाबा श्री चंद ते लक्ष्मी दास नूं छड्ड के अपने सेवक दे विच जिहड़ी अपनी जोत है ना वो टिका दित्ती। ते असीं बचन भी पिछे पढ़ के आए हैं, गुर चेले रहरास की। गुरु ने चेले दे पैरां दे विच मत्था टेक दिता, बेनती कर दी, अपनी जोत जिहड़ी सी वो अपने चेले दे विच टिका दी। महाराज फरमाउंदे होरियों गंग वहाई है। कहते दुनिया ये देख के हैरान हो गई। दुनिया नूं ये सी भुलेखा कि शायद जिहड़ी गद्दी है गुरु नानक देव जी की गुरता गद्दी है वो या ते बाबा श्री चंद नूं मिलेगी जां बाबा लक्ष्मी दास जी नूं मिलेगी। लेकिन गुरु नानक साहब ने आश्चर्य जिहड़ा खेड है, आश्चर्य जिहड़ी कौतक है वो महाराज ने दस दी। इत्थे फिर बाबा सत्ता जी को यह गल कहनी पई, होरियों गंग वहाई है दुनियाई आखे के क्यों। कहते दुनिया आखदी एक ही हो गया, नानक ईसर जगन्नाथ। कई ना इत्थे शब्द पढ़ जाते हैं जगन्नाथ, जबकि इत्थे नन्ना नहीं, अर्थ वही है कि जगत दे मालक। गुरु नानक साहब को कहा गया नानक ईसर जगन्नाथ, कुछ हदी वैन विर क्यों।
ਗੁਰੂ ਨਾਨਕ ਸਾਹਿਬ ਦੇ ਮੁਖਾਰ ਬਿੰਦ ਚੋਂ ਉਚਰੇ ਹੋਏ ਸ਼ਬਦ ਉੱਚ ਹੱਦੀ ਉਹ ਇੰਨੀ ਜ਼ਿਆਦਾ ਉਚਾਈ ਵਾਲੇ ਹਨ। ਵੈਣ ਦਾ ਅਖਰੀ ਅਰਥ ਹੈ ਗੁਰੂ ਨਾਨਕ ਸਾਹਿਬ ਜੋ ਬੋਲੇ ਹਨ। ਇੱਕ ਮੈਂ ਆਪ ਜੀ ਨੂੰ ਨਾ ਪ੍ਰਮਾਣ ਦਿਆਂ, ਗੁਰੂ ਨਾਨਕ ਦੇਵ ਜੀ ਦਾ ਬੜਾ ਪਿਆਰਾ ਬਚਨ ਅਸੀਂ ਇੱਕ ਪੜ੍ਹਦੇ ਹਾਂ ਸ਼ਲੋਕ 12 ਤੇ ਵਧੀਕ ਦੇ ਵਿੱਚ। ਮਹਾਰਾਜ ਫਰਮਾਉਂਦੇ, ਇੱਕ ਸੇਵਾਦਾਰ ਨੂੰ ਕਹਿੰਦੇ ਆ, ਕਹਿੰਦੇ ਪੁੱਤਰ ਦੇਖ ਤੂੰ ਆਪਣੇ ਘਰ ਤੋਂ ਨਾ ਬਾਹਰ ਵਪਾਰ ਕਰਨ ਚੱਲਿਆ ਤੇ ਮੇਰੀ ਕਹਿੰਦੇ ਇੱਕ ਬੜੀ ਪਿਆਰੀ ਕਹਿੰਦੇ ਗੱਲ ਸੁਣ ਜਿਹੜੀ ਤੇਰੀ ਕਹਿੰਦੇ ਦੁਨੀਆ ਦੇ ਵਿੱਚ ਕੰਮ ਆਵੇਗੀ। ਮਹਾਰਾਜ ਦਾ ਉਹ ਬਚਨ ਹੈ, ਸੁਣ ਮੁੰਦੇ ਹਰ ਨਾਖੀਐ। ਮੁੰਦੇ ਦਾ ਅਖਰੀ ਅਰਥ ਹੈ ਜਵਾਨ, ਹਰ ਨਾਖੀਏ ਦਾ ਅਖਰੀ ਅਰਥ ਹੈ ਹਿਰਨ ਵਰਗੀਆਂ ਸੋਹਣੀਆਂ ਅੱਖਾਂ ਵਾਲੀ ਜੀਵ ਇਸਤਰੀ। ਸੁਣ ਮੁੰਦੇ ਹਰ ਨਾਖੀਐ ਗੂੜਾ ਵੈ ਅਪਾਰ। ਇੱਥੇ ਵੀ ਉਹੀ ਸ਼ਬਦ ਆ ਰਿਹਾ, ਜਗਨਾਥ ਉੱਚ ਹੱਦੀ ਵੈਣ ਵਿਰਕਿਓਣ। ਉੱਚ ਹੱਦੀ ਮੈਨੇ ਉਚਾਈ ਵਾਲਾ ਬੋਲ ਜਿਹੜਾ ਗੁਰੂ ਨਾਨਕ ਸਾਹਿਬ ਦੇ ਬੋਲ ਹਨ ਉਹ ਬੜੀ ਉਚਾਈ ਵਾਲੇ ਹਨ। ਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਫਰਮਾਉਂਦੇ, ਸੁਣ ਮੁੰਦੇ ਹਰ ਨਾਖੀਐ ਗੂੜਾ ਵੈਣ ਅਪਾਰ। ਅਪਾਰ ਮੈਨੇ ਉਹ ਬੋਲ ਬੋਲਣ ਲੱਗਾ ਮੈਂ ਜਿਨ੍ਹਾਂ ਬੋਲਾਂ ਦਾ ਪਾਰਲਾ ਬੰਨਾ ਨਹੀਂ ਹੈ, ਜਿਹੜੇ ਬੋਲ ਬਹੁਤ ਜ਼ਿਆਦਾ ਮਹਿੰਗੇ ਹਨ। ਸੁਣ ਮੁੰਦੇ ਹਰ ਨਾਖੀਐ ਗੂੜਾ ਵੈਣ ਅਪਾਰ, ਪਹਿਲਾ ਵਸਤ ਸਿੰਝਾਣ ਕੇ ਤਾਂ ਕੀਚੇ ਵਪਾਰ। ਕਹਿੰਦੇ ਦੇਖ ਤੂੰ ਵਪਾਰ ਕਰਨ ਚੱਲਿਆ, ਜਿਸ ਵਸਤੂ ਦੀ ਤੂੰ ਖਰੀਦ ਕਰਨੀ ਹੈ ਨਾ ਉਸ ਵਸਤੂ ਨੂੰ ਚੰਗੀ ਤਰ੍ਹਾਂ ਪਹਿਲਾਂ ਪਰਖ ਲਵੀਂ, ਉਸ ਵਸਤੂ ਨੂੰ ਚੰਗੀ ਤਰ੍ਹਾਂ ਦੇਖ ਲਵੀਂ, ਤਾਂ ਕਰਕੇ ਆਪਣੇ ਪੈਸੇ ਉਹਨੂੰ ਦਵੀਂ, ਤਾਂ ਉੱਥੇ ਜਾ ਕੇ ਵਪਾਰ ਕਰੀ। ਐਵੇਂ ਨਾ ਕਿਤੇ ਧੋਖੇ ਦੇ ਵਿੱਚ ਆ ਜਾਵੀਂ। ਇੱਥੇ ਵੀ ਮਹਾਰਾਜ ਫਰਮਾਉਂਦੇ ਹਨ, ਨਾਨਕ ਈਸਰ ਜਗਨਾਥ ਉੱਚ ਹੱਦੀ ਵੈਣ ਵਿਰਕਿਓਣ। ਉੱਚ ਹੱਦੀ ਵੈਣ ਵਿਰਕਿਓਣ। ਗੁਰੂ ਨਾਨਕ ਦੇਵ ਜੀ ਜਿਹੜੇ ਜਗਤ ਦੇ ਮਾਲਕ ਹਨ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ, ਜਾਹਰ ਪੀਰ ਜਗਤ ਗੁਰ ਬਾਬਾ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਜੀ ਗੁਰੂ ਜਿਹੜੇ ਹਨ, ਬਾਬਾ ਜੀ ਹਨ, ਉਹ ਪੂਰੇ ਸੰਸਾਰ ਦੇ ਕਹਿੰਦੇ ਮਾਲਕ ਹਨ। ਇੱਥੇ ਮਹਾਰਾਜ ਫਰਮਾਉਂਦੇ, ਬਾਬਾ ਸੱਤਾ ਜੀ, ਨਾਨਕ ਈਸਰ ਜਗਨਾਥ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਜਗਤ ਦੇ ਮਾਲਕ ਹਨ। ਉਹਨਾਂ ਦੇ ਜਿਹੜੇ ਬੋਲ ਹਨ, ਉੱਚ ਹੱਦੀ ਵੈਣ ਵਿਰਕਿਓਣ। ਉੱਚ ਹੱਦੀ ਬਹੁਤ ਜ਼ਿਆਦਾ ਉੱਚੀ ਹੱਦ ਵਾਲੇ ਉਹਨਾਂ ਦੇ ਬੋਲ ਹਨ। ਉੱਚ ਹੱਦੀ ਵੈਣ ਵਿਰਕਿਓਣ। ਅੱਗੇ ਫਰਮਾਉਂਦੇ ਹਨ, ਮਾਦਾਨਾ ਪਰਬਤ ਕਰ ਨੇਤਰ। ਮਾਦਾਨਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਓਣ। ਮਾਦਾਨਾ ਪਰਬਤ ਦੇ ਦੋਵਾਂ ਪੰਕਤੀਆਂ ਦੇ ਆਪਾਂ ਇਕੱਠੇ ਅਰਥ ਕਰਾਂਗੇ। 14 ਰਤਨ ਨਿਕਾਲਿਅਨ ਕਰ ਆਵਾ ਗੌਣ ਚਿਲਕਿਓਣ। ਹਿੰਦੂ ਸ਼ਾਸਤਰਾਂ ਦੇ ਵਿੱਚ ਇੱਕ ਮਨੌਤ ਹੈ। ਉਹਨਾਂ ਦੇ ਸ਼ਾਸਤਰਾਂ ਦੇ ਵਿੱਚ ਇੱਕ ਮਨੌਤ ਕਹਿ ਲਈਏ, ਇੱਕ ਜਾਂ ਕਹਿ ਲਈਏ ਉਹਨਾਂ ਦੇ ਸ਼ਾਸਤਰਾਂ ਦੇ ਵਿੱਚ ਇੱਕ ਗਾਥਾ ਹੈ, ਇੱਕ ਕਹਾਣੀ ਹੈ, ਇੱਕ ਸਟੋਰੀ ਹੈ। ਇਹ ਉਹਨਾਂ ਦੀ ਮਨੌਤ ਹੈ। ਉਹਨਾਂ ਦੀ ਮਨੌਤ ਕੀ ਹੈ ਕਿ ਇੱਕ ਸਮੁੰਦਰ ਹੈ, ਉਸ ਸਮੁੰਦਰ ਦਾ ਮਾਫ ਕਰਨਾ ਇੱਕ ਪਹਾੜ ਹੈ, ਉਸ ਪਹਾੜ ਦਾ ਨਾਮ ਹੈ ਮੰਦਰਾਚਲ ਪਰਬਤ। ਉਹ ਜਿਹੜਾ ਪਹਾੜ ਹੈ ਉਹ 11,000 ਯੋਜਨ ਉਹ ਧਰਤੀ ਦੇ ਵਿੱਚ ਹੇਠਾਂ ਗੱਡਿਆ ਹੋਇਆ। ਤੇ ਉਸ ਪਰਬਤ ਨੂੰ ਇੱਕ ਸੱਪ ਹੈ, ਉਹਦਾ ਨਾਮ ਹੈ ਬਾਸਕ ਨਾਗ। ਬਾਸਕ ਜਿਹੜੀ ਇੱਕ ਨਾਗਾ ਦੀ ਇੱਕ ਕੁੱਲ ਹੈ, ਉਹਨਾਂ ਦਾ ਜਿਹੜਾ ਮੁੱਖ ਸੱਪ ਹੈ ਜਾਂ ਕਹਿ ਲਈਏ ਕਿ ਮੁਖੀ ਹੈ, ਬਾਸਕ ਨਾਗ ਨੇ ਕੀ ਕੀਤਾ, ਉਸ ਪਰਬਤ ਨੂੰ ਉੱਥੋਂ ਚੱਕਿਆ ਤੇ ਉਹਨੂੰ ਚੱਕ ਕੇ ਉਹਨੇ ਖੀਰ ਸਮੁੰਦਰ ਦੇ ਵਿੱਚ ਰੱਖ ਦਿੱਤਾ। ਤੇ ਜਦੋਂ ਖੀਰ ਸਮੁੰਦਰ ਦੇ ਵਿੱਚ ਰੱਖ ਦਿੱਤਾ ਨਾ, ਵਿਚਕਾਰ ਰੱਖ ਦਿੱਤਾ, ਤੇ ਉਸ ਜਿਹੜਾ ਸੱਪ ਨੇ ਕੀ ਕੀਤਾ, ਉਹਦੇ ਆਲੇ ਦੁਆਲੇ ਆਪਣਾ ਵਲੇਟਾ ਮਾਰਿਆ। ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਸਾਡੀਆਂ ਸੁਵਾਣੀਆਂ ਜਦੋਂ ਦੁੱਧ ਰਿੜਕਦੀਆਂ, ਦੁੱਧ ਰਿੜਕਣ ਦੇ ਵਾਸਤੇ ਹੇਠਾਂ ਚਾਟੀ ਹੁੰਦੀ ਹੈ, ਚਾਟੀ ਦੇ ਵਿੱਚ ਦੁੱਧ ਜਾਂ ਕਹਿ ਲਈਏ ਦਹੀਂ ਪਾਇਆ ਹੁੰਦਾ, ਉਸ ਦਹੀਂ ਦੇ ਵਿੱਚ ਮਧਾਣੀ ਪਾਈ ਹੁੰਦੀ ਹੈ, ਉਸ ਮਧਾਣੀ ਦੇ ਆਲੇ ਦੁਆਲੇ ਇੱਕ ਧਾਗੇ ਦਾ ਰੱਸੀ ਹੁੰਦੀ ਹੈ ਜਿਹਨੂੰ ਆਪਾਂ ਨੇਤਰਾ ਕਹਿੰਦੇ ਹਾਂ। ਉਹ ਨੇਤਰੇ ਨੂੰ ਫੜ ਕੇ ਬੀਬੀਆਂ ਜਿਹੜੀਆਂ ਆਪਣੇ ਹੱਥਾਂ ਦੇ ਨਾਲ ਉਹਨੂੰ ਲਗਾਤਾਰ ਰਿੜਕਦੀਆਂ। ਇਸੇ ਤਰ੍ਹਾਂ ਕਹਿੰਦੇ ਉਹ ਜਿਹੜਾ ਪਰਬਤ ਹੈ ਉਹਨੂੰ ਬਣਾਇਆ ਗਿਆ ਮਧਾਣਾ, ਔਰ ਜਿਹੜਾ ਖੀਰ ਸਮੁੰਦਰ ਹੈ ਉਹਨੂੰ ਬਣਾਈ ਗਈ ਚਾਟੀ।
ਚਾਟੀ ਬਣਾਈ ਗਈ ਔਰ ਉਸ ਮਧਾਣੇ ਨੂੰ ਜਿਹੜਾ ਸੱਪ ਹੈ, ਸੱਪ ਦਾ ਬਣਾਇਆ ਗਿਆ, ਆਸੇ ਪਾਸੇ ਨਾਗ ਦਾ ਬਣਾਇਆ ਗਿਆ ਨੇਤਰਾ, ਔਰ ਉਹਦੇ ਸੱਪ ਨੂੰ ਨੇਤਰਾ ਬਣਾ ਕੇ ਉਹਨੂੰ ਫਿਰ ਦੋਹਾਂ ਹੱਥਾਂ ਦੇ ਨਾਲ ਰਿੜਕਿਆ ਗਿਆ। ਤੇ ਜਦੋਂ ਰਿੜਕਿਆ ਗਿਆ ਨਾ ਤੇ ਉਹਨਾਂ ਦੀ ਮਨੌਤ ਦੇ ਮੁਤਾਬਕ ਉਹਨਾਂ ਵਿੱਚੋਂ 14 ਰਤਨ ਜਿਹੜੇ ਹੈ ਉਹ ਨਿਕਲੇ। ਇਹ ਹਿੰਦੂ ਧਰਮ ਦੀ ਇੱਕ ਮਨੌਤ ਹੈ। ਹੁਣ ਇੱਥੇ ਆਪਾਂ ਇਹ ਹਿੰਦੂ ਧਰਮ ਦੀ ਗੱਲ ਹੈ, ਹਿੰਦੂ ਸ਼ਾਸਤਰਾਂ ਦੀ ਗੱਲ ਹੈ, ਇਹ ਉਹਨਾਂ ਦੇ ਮੁਤਾਬਕ ਹੈ। ਪਰੰਤੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਥੇ ਕਿਹੜੇ ਮਧਾਣੇ ਦੀ ਗੱਲ ਕਰਦੇ, ਕਿਹੜੇ ਪਰਬਤ ਦੀ ਗੱਲ ਕਰਦੇ, ਕਿਹੜੇ ਸਮੁੰਦਰ ਦੀ ਗੱਲ ਕਰਦੇ ਤੇ ਕਿਹੜੇ ਨੇਤਰੇ ਦੀ ਗੱਲ ਕਰਦੇ। ਆਓ ਆਪਾਂ ਥੋੜਾ ਜਿਹਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਖੀਏ। ਧੰਨ ਧੰਨ ਜੋ ਇੱਥੇ ਵਿਦਵਾਨਾਂ ਨੇ ਅਰਥ ਕੀਤੇ, ਜੋ ਸੰਪਰਦਾਇ ਸਟੀਕ ਹੈ ਦਮਦਮੀ ਟਕਸਾਲ ਦਾ, ਮੈਂ ਉਹਦੇ ਚੋਂ ਇਹਨਾਂ ਦੇ ਅਰਥ ਲਏ ਹੈ ਔਰ ਨਾਲ ਹੀ ਮਦਦ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਸਟੀਕ। ਬੜਾ ਸਤਿਕਾਰਯੋਗ ਉਹਨਾਂ ਨੇ ਵੀ ਕੰਮ ਕੀਤਾ। ਇਹਨਾਂ ਦੋਨਾਂ ਸਟੀਕਾਂ ਦੇ ਵਿੱਚ ਜੋ ਅਰਥ ਕੀਤੇ ਨਾ, ਤਕਰੀਬਨ ਜਿਹੜੇ ਅਰਥ ਹੈ ਉਹ ਆਪਸ ਵਿੱਚ ਮਿਲਦੇ ਜੁਲਦੇ ਹੈ। 90 ਤੋਂ 95% ਅਰਥ ਜਿਹੜੇ ਉਹ ਮਿਲਦੇ ਜੁਲਦੇ। ਉਹ ਦੋਨੋਂ ਵਿਦਵਾਨ ਦਮਦਮੀ ਟਕਸਾਲ ਦਾ ਸੰਪਰਦਾਇ ਸਟੀਕ ਔਰ ਪ੍ਰੋਫੈਸਰ ਸਾਹਿਬ ਸਿੰਘ ਕੀ ਲਿਖਦੇ ਹਨ, ਉਹ ਕਹਿੰਦੇ ਹਨ ਮਧਾਣਾ ਜਿਹੜਾ ਨਾ ਉਹ ਪਰਬਤ ਜਿਹੜਾ ਉਹ ਬਣਾਇਆ ਗਿਆ ਮਨੁੱਖ ਦੀ ਸੁਰਤ, ਇਨਸਾਨ ਦੀ ਸੁਰਤ, ਉਹਨੂੰ ਕਹਿੰਦੇ ਜਿਹੜੀ ਉੱਚੀ ਸੁਰਤ ਹੈ। ਦੇਖੋ ਇੱਕ ਸੁਰਤ ਉਹ ਹੈ ਜਿਹੜੀ ਸਾਡੀ ਆਮ ਤੌਰ ਤੇ ਜਾਂ ਕਹਿ ਲਈਏ ਜਦੋਂ ਆਪਾਂ ਆਪਣੇ ਸੰਸਾਰ ਦੇ ਵਿੱਚ ਵਿਚਰਦੇ ਆ, ਸਾਡੀ ਛੋਟੀ ਸੁਰਤ ਹੁੰਦੀ ਹੈ, ਉਹ ਸੁਰਤ ਨਹੀਂ। ਉਹ ਸੁਰਤ ਜਿਹੜੀ ਉੱਚੀ ਹੈ ਇਸ ਸੰਸਾਰ ਦੀ ਮੋਹ ਤੇ ਮਾਇਆ, ਤੇ ਇਹ ਜਿਹੜੀ ਮਾਇਆ ਤੋਂ ਉੱਚੀ ਸੁਰਤ ਹੈ, ਇਹ ਤੋਂ ਉੱਪਰ ਜਾ ਚੁੱਕੀ, ਉਹ ਬਣਾਈ ਗਈ ਹੈ ਪਰਬਤ। ਤੇ ਨੇਤਰਾ ਬਣਾਇਆ ਗਿਆ ਕਹਿੰਦੇ ਮਨ ਦਾ, ਤੇ ਜਦੋਂ ਮਨ ਦਾ ਕਹਿੰਦੇ ਨੇਤਰਾ ਬਣਾ ਕੇ ਉਹਦੇ ਆਸੇ ਪਾਸੇ ਕਹਿੰਦੇ ਰੱਸੀ ਬਣਾਈ ਗਈ ਔਰ ਜਿਹੜਾ ਸਮੁੰਦਰ ਹੈ ਜਾਂ ਚਾਟੀ ਕਹਿ ਲਈਏ, ਉਹ ਚਾਟੀ ਬਣਾਈ ਗਈ ਹੈ ਸ਼ਬਦ ਦੇ ਸਮੁੰਦਰ ਦੀ। ਜਦੋਂ ਇਹਦੇ ਵਿੱਚ ਕਹਿੰਦੇ ਰਿੜਕਿਆ ਗਿਆ ਨਾ, ਇਹਦੇ ਵਿੱਚ ਮਨ ਨੂੰ ਕਹਿੰਦੇ ਰਿੜਕਿਆ ਗਿਆ, ਉਸ ਮਨ ਨੂੰ ਰਿੜਕਿਆ ਸ਼ਬਦ ਦੇ ਸਮੁੰਦਰ ਦੇ ਵਿੱਚ। ਤੇ ਨੇਤਰਾ ਜਿਹੜਾ ਪਰਬਤ ਸੀਗਾ ਉਹ ਬਣਾਈ ਗਈ ਸੁਰਤ। ਜਦੋਂ ਸੁਰਤ ਨੂੰ ਰਿੜਕਿਆ ਗਿਆ ਨਾ, ਸੁਰਤ ਨੂੰ ਮਨ ਦੇ ਨੇਤਰੇ ਦੇ ਦੁਆਰਾ ਸ਼ਬਦ ਦੇ ਜਦੋਂ ਸਮੁੰਦਰ ਦੇ ਵਿੱਚ ਰਿੜਕਿਆ ਗਿਆ, ਉਸ ਸਮੇਂ ਉਹਦੇ ਵਿੱਚੋਂ ਦੇਵੀ ਗੁਣ ਜਿਹੜੇ ਪੈਦਾ ਹੋਏ। ਉਹ ਜਿਹੜੇ 14 ਰਤਨ ਜਿਹੜੇ ਸੀ ਨਾ ਉਹ ਨਿਕਲੇ, ਜਿਨ੍ਹਾਂ ਚੋਂ ਅਸੀਂ 5-7 ਰਤਨ ਤੇ ਆਮ ਤੌਰ ਤੇ ਬੋਲਦੇ ਹਾਂ। ਉਹ ਦੇਵੀ ਗੁਣ ਜਿਹੜੇ 5 ਕਿਹੜੇ ਆ? ਪੰਜ ਮਨਾਏ, ਪੰਜ ਰੁਸਾਏ। ਮਹਾਰਾਜ ਕਹਿੰਦੇ ਪੰਜ ਬਸਾਏ, ਫਿਰ 5 ਕਹਿੰਦੇ ਮੈਂ ਅੰਦਰ ਬਸਾਏ। ਉਹ 5 ਰਤਨ ਜਿਹੜੇ ਉਹ ਨਿਕਲੇ। ਉਹ ਕਿਹੜੇ ਨਿਕਲੇ ਸੀ? ਦਇਆ, ਧਰਮ, ਸਤ, ਸੰਤੋਖ, ਧੀਰਜ, ਬੈਰਾਗ ਇਤਿਆਦਿਕ। ਇਹ ਸਾਰੇ ਜਿਹੜੇ 14 ਰਤਨ ਜਿਹੜੇ ਨਿਕਲੇ। ਮਹਾਰਾਜ ਕਹਿੰਦੇ ਜਦੋਂ ਇਹ 14 ਰਤਨ ਨਿਕਲੇ ਨਾ, ਤੁਸੀਂ ਹੁਣ ਦੇਖੋ, ਜਿਸ ਇਨਸਾਨ ਦੇ ਕੋਲ ਦਇਆ ਹੋਵੇਗੀ ਨਾ, ਉਸ ਇਨਸਾਨ ਦੇ ਕੋਲ ਹੀ ਧਰਮ ਹੋਵੇਗਾ। ਜਿਸ ਇਨਸਾਨ ਦੇ ਕੋਲ ਸਤ ਹੋਵੇਗਾ ਨਾ, ਉਹਦੇ ਕੋਲ ਹੀ ਸੰਤੋਖ ਹੋਵੇਗਾ। ਆਓ ਆਪਾਂ ਥੋੜਾ ਜਿਹਾ ਹੋਰ ਦੇਖੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸ਼ਬਦ ਨੂੰ ਰਿੜਕਣ ਦੀ ਵਾਰ-ਵਾਰ ਗੱਲ ਕੀਤੀ ਗਈ ਹੈ। ਇੱਕ ਅਸੀਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਪੜ੍ਹਦੇ ਆ। ਸੂਹੀ ਰਾਗ ਦਾ ਪਹਿਲਾ ਸ਼ਬਦ ਹੈ। ਮਹਾਰਾਜ ਫਰਮਾਉਂਦੇ ਭਾਂਡਾ ਧੋਏ। ਉਹ ਉਦਾਹਰਣ ਦਿੰਦੇ ਹਨ, ਜਿਸ ਤਰ੍ਹਾਂ ਇੱਕ ਸੁਆਣੀ ਕਹਿੰਦੇ ਦੁੱਧ ਲੈਣ ਜਾਂਦੀ ਹੈ ਨਾ, ਤੇ ਦੁੱਧ ਲੈਣ ਜਾਣ ਤੋਂ ਪਹਿਲਾਂ ਜਿਸ ਭਾਂਡੇ ਨੂੰ ਵਿੱਚ ਉਹਨੇ ਦੁੱਧ ਪਵਾ ਕੇ ਲਿਆਉਣਾ ਨਾ, ਉਸ ਭਾਂਡੇ ਨੂੰ ਪਹਿਲਾਂ ਸਾਫ਼ ਕਰਦੀ ਹੈ। ਭਾਂਡਾ ਧੋਏ, ਫਿਰ ਕੀ ਕਰਦੀ ਹੈ? ਪੁਰਾਣੇ ਸਮੇਂ ਦੀ ਗੱਲ ਕਰਦੇ, ਫਿਰ ਉਸ ਭਾਂਡੇ ਨੂੰ ਨਾ ਧੂਏ ਤੇ ਰੱਖਿਆ ਜਾਂਦਾ ਸੀ, ਤਾਂ ਜੋ ਉਸ ਭਾਂਡੇ ਦੇ ਅੰਦਰ ਜਿਹੜੇ ਨਿੱਕੇ ਨਿੱਕੇ ਜਿਹੇ ਸੂਖਮ ਜਿਹੜੇ ਜਰਮ ਹਨ, ਕੀਟਾਣੂ ਹਨ, ਉਹ ਮਰ ਜਾਣ, ਜਿਹਦੇ ਕਰਕੇ ਦੁੱਧ ਜਿਹੜਾ ਉਹ ਖਰਾਬ ਨਾ ਹੋਵੇ। ਮਹਾਰਾਜ ਉੱਥੇ ਉਦਾਹਰਣ ਦਿੰਦੇ ਭਾਂਡਾ ਧੋਏ। ਗੱਲ ਰਿੜਕਣ ਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹੋਰ ਵੀ ਥਾਵੇਂ ਕਿਤੇ ਰਿੜਕਣ ਦੀ ਗੱਲ ਹੁੰਦੀ। ਮਹਾਰਾਜ ਕਹਿੰਦੇ ਹਾਂ ਇੱਕ ਥਾਂ ਤੇ ਮਹਾਰਾਜ ਕਹਿੰਦੇ ਅਸੀਂ ਮਾਝ ਕੀ ਵਾਰ ਪੜ੍ਹਦੇ ਹਾਂ, ਉਹਦੇ ਵਿੱਚ ਵੀ ਇਹ ਉਦਾਹਰਣ ਦਿੱਤੀ ਗਈ ਹੈ। ਮਧਾਣਾ ਪਰਬਤ ਕਰ ਨੇਤਰ ਵਾਸਕ ਸ਼ਬਦ ਰਿੜਕਿਓਨ, 14 ਰਤਨ ਨਿਕਾਲਿਅਨ ਕਰ ਆਵਾ ਗੌਣ ਚਿਲਕਿਓਨ। ਉਹਦੇ ਵਿੱਚ ਵੀ 14 ਰਤਨ ਦੀ ਇੱਕ ਹੋਰ ਉਦਾਹਰਣ ਹੈ।
माझ की वार जदों आपां पढ़दे ना, माझ की वार दे विच एक बचन आउंदा, पानी विचों रतन उपन्ने मेर किया माधानी। कहण तो भाव कि इत्थे भी हवाला गुरु ग्रंथ साहब जी इहो ही दिंदे है, पानी विचों रतन उपन्ने मेर किया, मेर मैंने पर्वत, मेर किया माधानी। अगे चलिए आपां मैं बचन कर रहा सीगा कि होर भी थावां ते गुरु ग्रंथ साहब विच शरीर नूं रिड़कण दी गल कीती। महाराज फरमाउंदे, भांडा धोए बैस धूप देवो तो दूधे को जावो। फिर महाराज कहंदे, दूध करम फुन सुरत समायन होए निराश जमावो, होए निराश जमावो। जप होता एको नामा। महाराज कहंदे, जप होता एको नामा अवर निराफल कामा, अवर निराफल कामा। महाराज फरमाउंदे, ए मन ईटी हाथ करो, ए मन ईटी हाथ करो, फुन नेत्रो नींद ना आवे, ए मन ईटी हाथ करो। कहंदे मन नूं कहंदे नेत्रा बना, ते मन नूं नेत्रा बना के इनू कहंदे रिड़क, ए मन ईटी हाथ करो, फुन नेत्रो नींद ना आवे। कहंदे जदों तू इनू बनाएगा ना, फिर तैनू कहंदे नींद नहीं आवेगी, ते फिर नींद का मतलब तू गफलत की नींद विच नहीं सोवेगा, तू आलसी नहीं बनेगा। ते फिर महाराज कहंदे इन विद अमृत पावो। फिर इस तरीके दे नाल तू कहंदे जिहड़ा अमृत है ना, वो महाराज कहंदे प्राप्त करेगा। बाबा कबीर जी दे दो श्लोक मैं आप जी दे सन्मुख रखा। बाबा कबीर जी फरमाउंदे, कबीर माया डोलनी। कहंदे जिहड़ा संसार है ना, ये एक कहंदे चाटी दी न्याई है। कहंदे कबीर माया डोलनी पवन झकोलन हार। ते इस संसार की कर रहा, ये संसार जिहड़े सवास लै रहा ना, ये सवासां दे नाल कहंदे रिड़क रहा है। कबीर माया डोलनी पवन झकोलन हार। क्योंकि इन्हां सवासां दे नाल सवास कदी अंदर जाते कदी बाहर जाते, इन्हां सवासां दे नाल कहंदे बाणी पढ़दा, ये कहंदे रिड़क रहा। कबीर माया डोलनी पवन झकोलन हार। फिर महाराज कहंदे संतो माखन खाया छाछ पिए संसार। जेड़ा कहंदे अपने सवासां दे रूपी सवासां दे नाल उस शब्द नूं कहंदे रिड़केगा, उस शब्द नूं कहंदे जपेगा ना, वो फिर कहंदे मक्खन दी न्याई जेड़ा तत्त है वो प्राप्त करेगा। संतो माखन खाया। ते जेड़ा कहंदे अपने सवासां दे नाल उस परिपूर्ण परमात्मा दा नाम नहीं ना जपेगा, इस माया रूपी संसार दे विच रह के वो कहंदे छाछ पीए संसार। हुण छाछ आपां समझदे ना कि लस्सी तो बाद जिहड़ी छित्ती हुंदी है, जिहड़ी किसी काम नहीं आउंदी, छाछ पीए संसार। दूसरा प्रमाण बाबा कबीर जी एक होर दिंदे, कहंदे कबीर माया डोलनी पवन वह गिरधार। जिन बिलोया तिन खाया, जिन बिलोया तिन खाया अवर बिलोगन हार। कहंदे जिन्हां ने ते रिड़किया वो ते कहंदे अमृतमई जिहड़ा तत्त है मक्खन है वो कहंदे छक रहे हैं, परंतु उहदे पिछे होर भी दुनिया जिहड़ी है कहंदे लाइन विच लगी हुई है कहंदे बिलोगन वास्ते। ते एक थां ते ना बाबा तरलोचन जी बड़ा प्यारा शब्द कहंदे है। बाबा तरलोचन जी सानू ना थोड़ा जिहा झंझोड़ा दिंदे आ। कहंदे तू कह रहा कि मैं सवेरे उठ के नितनेम कर रहा, मैं शाम नूं कहंदे बाणी भी पढ़ रहा, मैं सहज पाठ भी कर रहा, कहंदे कुछ नहीं हो रहा, नहीं हो रहा। कहंदे जे तू अमृत वेला भी सावधा हुंदा, जे तू बाणी भी पढ़दा हुंदा, जे तू सहज पाठ भी करदा हुंदा ना, ते तेरी रसना तो कदी भी कहंदे कड़वे शब्द जिहड़े है वो नहीं सी निकलने। इनू फिर बाबा तरलोचन जी भगत तरलोचन जी फरमाउंदे, कहंदे काए जपो रे काए तपो। की तू कहंदे जप कर रहा, की तू कहंदे तप कर रहा, रे काए बलोवो पानी। तू ते कहंदे पानी विच ही कहंदे मधानी पा के बैठा होया। हुण पानी विच मधानी पाई जावे ते ओदे चों सारी उम्र तुसी पानी नूं रिड़की जाओ, ओदे चों कदी भी मक्खन की प्राप्ति नहीं होवेगी। बाबा तरलोचन जी फरमाउंदे, कहंदे सिखा तू कहंदे पानी विच मधानी रोज पा रहा, ते पानी विचों मधानी चों तू मक्खन कड्ढण की कोशिश कर रहा।
जद कि तेनू कदी भी कहते मक्खन जेड़ा ना वो ओदे चों कहते प्राप्त नहीं होवेगा। बेशक तू कहते 5 बाणियां भी पढ़ रहा, सहज पाठ भी कर रहा, बेशक तू शाम को रहरास साहब भी कर रहा, सौण तो पहला कीर्तन सोहला साहब भी कर रहा, परंतु इंज लग रहा जे अजे तक तेनू रब दे रस्ते ते नहीं ना चलिया ते समझ लै कि मैं पानी विच ही बधानी पाई जा रहा। भगत त्रिलोचन जी फरमांदे काई जपो रे काई तपो काई बिलोवो पानी, कहते एदा कर 184 ही जिन उपाई, कहते जिन्ने 184 लाख जिन्ने जीव जंतु पैदा किए ना, सो सिमरो निर्वाणी, उस परिपूर्ण परमात्मा नूं कहते वासना रहत होके कहते सिमर। जे उन्नू कहते वासना रहत होके सिमरेगा ना ते फिर तेरी अवस्था पता। एक होर बाबा कबीर जी का शब्द कहते परमात्मा का नाम जपना किंदा है। महाराज फरमाते हर का बिलोगना बिलोवो मेरे भाई, ते किस तरह सहज बिलोवो जैसे तत ना जाई। बड़े आराम की अवस्था दे विच जे तू वाहिगुरु वाहिगुरु का सिमरन भी करना ना ते बड़े आराम दे नाल कहते सहज अवस्था दे विच आके कर। हर का बिलोवना बिलोवो मेरे भाई, सहज बिलोवो जैसे तत ना जाई। ते बाबा कबीर जी कहते ए तन मटकी, ए तन नू कहते तू मटकी बना, कहते तन कर मटकी मन माहे बिलोई, कहते तन नू कहते मटकी बना ते मन नू कहते बिलोवना जेड़ा मधाना वो पा, कहते तन कर मटकी मन माहे बिलोई। ते महाराज कहते इस मटकी में शब्द संजोई, इस मटकी दे विच कहते शब्द नू पा, कहते पानी की थां ते कहते शब्द नू रिड़क, फिर कहते तेनू की प्राप्त होवेगा। फिर हर का बिलोगना मन का विचारा, मन की विचार दे नाल जदों तू इनू कहते रिड़केगा ना, गुर प्रसादी पावे अमृत धारा। फिर गुरु की बख्शिश दे नाल तू अमृत रूपी नाम जेड़ा अमृत रूपी तत्व जेड़ा ना ओदी फिर तू कहते प्राप्ति कहते कर लवेगा। ते मैं कई बार बेनती करदा हुण सिख ने जदों इसे लिए गुरु ग्रंथ साहब जी महाराज विच ना बाहरले रिड़कने नूं छड्ड के अंदरले रिड़कने की गल कीती। एक असीं बचन पढ़दे आ मन तू जोत स्वरूप है अपना मूल, इहदा मतलब तेरा मन ही जिहड़ा अंदर है ना ओही कहते परमात्मा की जोत है। मन तू जोत स्वरूप है अपना मूल पछाण। इसलिए बाबा कबीर जी कहते बंदे खोज, ये भी एक रिड़कना है, बंदे खोज दिल हर रोज ना फिर परेशानी माहे। कहते अपने दिल नू खोज, अपने दिल नू कहते रिड़कन की कहते कोशिश कर, क्योंकि ਇਹਦੇ ਵਿੱਚ ही एक थां ते ਅਸੀਂ पंक्ति पढ़ते हैं इस काया अंदर वस्त असंखा। इस काया दे विच ही तेनू कहते सारा कुछ कहते मिल जाएगा। बाहर जे कहते तू लभेगा ना तेनू कुछ नहीं मिलेगा। गुरु तेग बहादुर जी महाराज का वचन एक सामने आ गया। गुरु तेग बहादुर जी भी सानू कहते कहते बाहरली दौड़ छड्ड के अंदर दे पासे आ। ते माफ करना इस तो पहला असीं एक वचन पढ़ते हैं जपजी साहब का, अंतरगत तीरथ मल नहाओ। कहते अंदर की गति कर, अंदरों ही तीरथ लभ ते अंदर ही कहते तीरथ विच कहते इशनान करने की कोशिश कर। अंतरगत तीरथ मल नहाओ, अंदर की कहते गति कर। मैं बेनती कर रहा सी गुरु तेग बहादुर जी महाराज का वचन। गुरु तेग बहादुर जी महाराज सानू फरमाउंदे कहते सिखा जंगलों के विच जाके तेनू कुछ नहीं मिलना, परमात्मा तां तेरे अंदर हिरदे दे विच कहते वसिया होया। महाराज फरमाउंदे काहे रेपन खोजन जाई सर्ब निवासी सदा अलेपा। आपां अंदर की खोज की गल कर रहे हैं जिन्हों आपां प्रमाण लए है। हर का बिलोवना बिलोवो मेरे भाई, सहज बिलोवो जैसे तत ना जाई।
ਜਿਹਨੂੰ ਮਹਾਰਾਜ ਕਹਿੰਦੇ ਭਾਂਡਾ ਤੋਏ ਬੈਸ ਤੂਪ ਦੇਵੋ ਤੋ ਦੂਦੇ ਕੋ ਜਾਏ। ਮਹਾਰਾਜ ਕਹਿੰਦੇ ਇਹ ਮਨ ਈਟੀ ਹੱਥ ਕਰੋ ਹੁਣ ਨੇਤਰੋ ਨੀਂਦ ਨਾ ਆਵੇ। ਮਨ ਨੂੰ ਹੀ ਕਹਿੰਦੇ ਈਟੀ ਬਣਾ ਤੇ ਫਿਰ ਤੈਨੂੰ ਗਫਲਤ ਦੀ ਨੀਂਦ। ਮੈਂ ਫਿਰ ਦੁਬਾਰਾ ਜਿਹੜੇ ਆਪਾਂ ਸ਼ਬਦ ਦੀ ਵਿਚਾਰ ਕਰਨੇ, ਪੰਕਤੀਆਂ ਦੀ ਵਿਚਾਰ ਕਰਨੇ। ਮਾਧਾਨਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਉਣ। ਮਾਧਾਣੇ ਨੂੰ ਕਹਿੰਦੇ ਆਪਣੀ ਸੁਰਤ ਨੂੰ ਕਹਿੰਦੇ ਪਰਬਤ ਬਣਾ, ਉੱਚੀ ਸੁਰਤ ਨੂੰ ਪਰਬਤ ਬਣਾ ਤੇ ਮਨ ਨੂੰ ਕਹਿੰਦੇ ਨੇਤਰਾ ਬਣਾ ਤੇ ਸ਼ਬਦ ਨੂੰ ਕਹਿੰਦੇ ਸਮੁੰਦਰ ਬਣਾ। ਫਿਰ ਰਿੜਕ ਮਹਾਰਾਜ ਫਰਮਾਉਂਦੇ ਕਾਹੇ ਰੇ ਬਨ ਭੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। पोहक मग जो बास बसत है मुकर माहे जैसे शाही तैसे ही हर बसे निरंतर, तैसे ही हर बसे निरंतर घट ही खोजो पाई। क्योंकि लोड़ ते परमात्मा की खोज दी है ना, ते परमात्मा कहते तेरे अंदर बसिया होया। ते बाबा रविदास जी का इथों तक कहते हैं कह रविदास हाथ पै नेरे सहजे होए सो होई। परमात्मा ते तेरे हाथ तो भी कहते नजदीक है। कह रविदास बाबा फरीद जी कहते फरीदा जंगल जंगल क्या पवे वन कंडा मोड़े वसी रब हियालियां जंगल क्या ढूंढे। किथे तू कहते लभदा फिरदा उस रब नूं अपने अंदरों ही कहते रब नूं प्रगट कर। बस तीन चीजां नूं कहते अपने काबू विच लैके आ। एक अपनी उच्ची सुरत, दूसरा अपना मन ते तीसरा अपना शब्द। कहता इस शरीर नूं शब्द बना, इस शरीर नूं चाटी बना। इस चाटी दे विच कहता गुरु नानक दा शब्द पा ते जदों शब्द पाएगा ना उस शब्द नूं रड़केगा ना फिर की होवेगा। फिर महाराज कहते 14 रत्न निकालियन। फिर इस शब्द दे विचों ही 14 जिहड़े रत्न ना कीमती रत्न जिहड़े वो कहते निकलणगे। 14 रत्न निकालियन। फिर की होएगा जदों तेरे अंदरों 14 रत्न निकलणगे ना कर आवा गौण चिलकियोण। फिर तेरे नाल जिहड़ा संसार है वो भी कहते प्रकाशमय हो जाएगा। कर आवागौण, आवागौण का इत्थे अखरी अर्थ किया संसार ते चिलकियोण का अखरी अर्थ किया प्रकाशमयी। कर आवागौण चिलकियोण तू ही नहीं कला। जिन्हों बाबा कबीर जी कहते देही किसकी बापुरी पवित्र होएगो ग्राम। कहते तेरा कला शरीर नहीं, कहते वो तेरा जिस पिंड में तू बैठेगा ना वो पिंड भी कहते पूरा जेड़ा पवित्र हो जाएगा। महाराज फरमाते बहुत इस पंक्ति देना महंगे अर्थ है। बाबा सत्ता जी ने बहुत इस पंक्ति ते बख्शिश की। मादाना पर्वत कर नेत्र बासक शब्द रिड़कियोण 14 रत्न निकालियन कर आवागौण चिलकियोण। फिर तेरे अंदरों ही कहते 14 रत्न जिहड़े वो जिहड़े जिन्हों महाराज कहते। देखो महाराज कहते ये रत्न है किथे है। सानू जपजी साहब की मत विच रत्न जवाहर मानक तेरे मत दे विच ही कहते सुरत दे विच ही ये सारे है। लेकिन निकलणगे कदों कहते जे एक गुर की सिख सुनी। जे किते सिख ने कहते गुरु की गल सुन लई ते फिर ये कहते मिल जाणगे। कहते 14 रत्न निकाले होण कर आवागौण चिलकियोण। अगे महाराज अगे बाबा सत्ता जी फरमाउंदे कुदरत एह विखालियन। देखो कहते गुरु नानक साहब की समर्था देखो। कुदरत एह विखालियन जिन एवड एडा वड्डा पिंड ठिणकियोण। जिस तरह सुआणियां कोई बर्तन लैंदियां ते उस बर्तन नूं लैण तो पहला उन्होंने टनका के देखदियां। जां अपना जदों घड़ा बीबियां पिंडां विच घड़े वेचण वाले आउंदे आ ते जदों बीबियां सुआणियां जदों घड़ा लैंदियां ना ते उस घड़े दे उपर उंगल मार के टनका के देखदियां उस घड़े नूं। जां आपां होर एक उदाहरण ले लईए। आपां जदों भट्ठे ते इट्टां लैण जांदे आ ना ते आपां इट्टां नूं आपस विच टनका के देखदे इन्हां दी किन्नी को मजबूती है। इसे तरह कहते गुरु नानक देव जी की समर्था देखो। गुरु नानक देव जी ने गुरु अंगद देव जी बाबा लैणा जी नूं टनका के देखिया। एवड़ पिंड ठिणकियोण एडा वड्डा शरीर पे कहते अपने शरीर जिड्डा उन्हां दा वड्डा कहते शरीर बना दिता। लेकिन बनाया किदां ठिणकियोण उन्हां नूं टनका के देखिया कि बाबा लहणा जी
ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਸਾਰ ਦਾ ਭਾਰ ਚੱਕ ਸਕਦੇ। ਇਹ ਜੇ ਦੇਖ ਸਕਦੇ ਸਨ ਤਾਂ ਕੱਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਦੇਖ ਸਕਦੇ ਸਨ। ਕੁਦਰਤ ਇਹ ਵਿਖਾਲੀਅਨ ਜਿਨ ਐਵੜ ਪਿੰਡ ਠਿਣਕਿਉਣ। ਫਿਰ ਮਹਾਰਾਜ ਨੇ ਕੀ ਕੀਤਾ, ਜਦੋਂ ਟਰਕਾਇਆ ਬਾਬਾ ਲਹਿਣਾ ਜੀ ਨੂੰ, ਜਦੋਂ ਦੇਖਿਆ ਬਾਬਾ ਲਹਿਣਾ ਜੀ ਨੂੰ, ਉਹਨਾਂ ਦੇ ਅੰਦਰ ਦੀ ਸਮਰੱਥਾ ਦੇਖੀ, ਉਹਨਾਂ ਦੇ ਅੰਦਰ ਦੀ ਤਾਕਤ ਦੇਖੀ, ਤੇ ਫਿਰ ਲਹਿਣੇ ਧਰਿਓਣ ਛਤਰ ਸਿਰ। ਇੱਥੇ ਸ਼ਬਦ ਛਤਰ ਹੈ। ਲਹਿਣੇ ਧਰਿਓਣ ਛਤਰ ਸਿਰ ਅਸਮਾਨ ਕਿਆੜਾ ਛਿਕਿਓਣ। ਕਿ ਫਿਰ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦੇ ਸੀਸ ਦੇ ਉੱਪਰ ਉਹ ਜਿਹੜਾ ਬਖਸ਼ਿਸ਼ ਰੂਪੀ ਛਤਰ ਸੀ ਨਾ, ਉਹ ਟਿਕਾ ਦਿੱਤਾ। ਅਸਮਾਨ ਕਿਆੜਾ ਛਿਕਿਓਣ। ਤੇ ਬਾਬਾ ਲਹਿਣਾ ਜੀ ਦੀ ਧੁੰਮ ਜਿਹੜੀ ਵਡਿਆਈ, ਉਹ ਆਸਮਾਨ ਤੱਕ ਉਹਨਾਂ ਦੀ ਵਡਿਆਈ, ਉਹਨਾਂ ਦੀਆਂ ਸਿਫਤਾਂ ਜਿਹੜੀਆਂ ਉਹ ਹੋਣ ਲੱਗ ਪਈਆਂ। ਇੱਥੇ ਮੈਂ ਇੱਕ ਸਾਖੀ ਦੇ ਨਾਲ ਆਪ ਜੀ ਨੂੰ ਸਾਂਝ ਪਾਵਾਂਗਾ। ਉਹ ਸਾਖੀ ਹੈ ਜਦੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦੇਣ ਲੱਗੇ ਨਾ। ਫੈਸਲਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਹੀ ਕਰ ਚੁੱਕੇ ਸੀਗੇ। ਜਦੋਂ ਜੰਗਲ ਵਿੱਚ ਲੈ ਕੇ ਗਏ ਹੈ, ਉਹਨਾਂ ਨੇ ਇੱਕ ਜੰਗਲ ਦੇ ਵਿੱਚ ਕੌਤਕ ਇੱਕ ਖੇਡ ਰਚਿਆ, ਉੱਥੇ ਫੈਸਲਾ ਹੋ ਗਿਆ ਸੀ। ਲੇਕਿਨ ਆ ਕਰਕੇ ਮਾਤਾ ਸੁਲੱਖਣੀ ਜੀ ਨੇ ਪੁੱਛਿਆ, ਜਾਂ ਹੋਰ ਵੀ ਸੀਗੇ ਪਿੰਡ ਦੇ ਆਸੇ-ਪਾਸੇ ਦੇ, ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਇਹ ਤੁਸੀਂ ਕੀ ਕਰਨ ਲੱਗੇ ਹੋ? ਕੀ ਤੁਹਾਡਾ ਇਹ ਫੈਸਲਾ ਠੀਕ ਹੈ ਕਿ ਤੁਸੀਂ ਬਾਬਾ ਲਹਿਣਾ ਜੀ ਨੂੰ ਗੱਦੀ ਦੇਣ ਲੱਗੇ ਹੋ ਆਪਣੇ ਪੁੱਤਰਾਂ ਨੂੰ ਛੱਡ ਕੇ? ਗੁਰੂ ਨਾਨਕ ਦੇਵ ਜੀ ਨੇ ਕਿਹਾ ਚਲੋ ਤੁਹਾਨੂੰ ਵੀ ਕਦੇ ਵਿਸ਼ਵਾਸ ਆ ਜਾਵੇ, ਤੁਸੀਂ ਵੀ ਨਾ ਮੈਨੂੰ ਕਹੋ ਕਹਿੰਦੇ ਕੱਲ ਨੂੰ ਕਿ ਪਿਓ ਨੇ ਆਪਣੇ ਪੁੱਤਰਾਂ ਨੂੰ ਛੱਡ ਦਿੱਤਾ। ਆਓ ਕਹਿੰਦੇ ਸਾਰਿਆਂ ਨੂੰ ਇਕੱਠਿਆਂ ਕੀਤਾ ਗਿਆ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸਿੱਕਾ ਲਿਆ ਤੇ ਆਪਣੇ ਹੱਥ ਵਿੱਚ ਫੜਿਆ, ਤੇ ਹੱਥ ਵਿੱਚ ਫੜ ਕੇ ਬਾਬਾ ਲਖਮੀ ਚੰਦ ਨੂੰ ਕਿਹਾ ਪੁੱਤਰ ਮੇਰੇ ਹੱਥ ਵਿੱਚ ਕੀ ਹੈ, ਮੇਰੀ ਮੁੱਠੀ ਵਿੱਚ ਕੀ ਹੈ? ਤੇ ਬਾਬਾ ਲਖਮੀ ਚੰਦ ਜੀ, ਬਾਬਾ ਲਖਮੀ ਦਾਸ ਜੀ ਕਹਿੰਦੇ ਪਿਤਾ ਜੀ ਸਾਰੀ ਦੁਨੀਆ ਦੇ ਸਾਹਮਣੇ ਤੁਸੀਂ ਸਿੱਕਾ ਫੜਿਆ ਤੇ ਹੱਥ ਵਿੱਚ ਰੱਖਿਆ, ਕਹਿੰਦੇ ਸਿੱਕਾ ਹੀ ਆ, ਹੋਰ ਕੀ ਹੈ? ਕਹਿੰਦੇ ਉਹਨਾਂ ਨੇ ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਪੁੱਛਿਆ, ਬਾਬਾ ਸ਼੍ਰੀ ਚੰਦ ਜੀ ਪੁੱਤਰ ਦੱਸੋ ਮੇਰੀ ਮੁੱਠੀ ਵਿੱਚ ਕੀ ਹੈ? ਤੇ ਬਾਬਾ ਸ਼੍ਰੀ ਚੰਦ ਕਹਿੰਦਾ ਜੋ ਮੇਰੇ ਭਰਾ ਲਖਮੀ ਦਾਸ ਨੇ ਦੇਖਿਆ ਮੈਂ ਵੀ ਤਾਂ ਉਹੀ ਦੇਖਿਆ। ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਲਹਿਣਾ ਜੀ ਨੂੰ ਆਵਾਜ਼ ਮਾਰੀ, ਲਹਿਣਿਆ ਇੱਧਰ ਆ, ਦੱਸ ਮੇਰੀ ਮੁੱਠੀ ਵਿੱਚ ਕੀ ਹੈ? ਤੇ ਬਾਬਾ ਲਹਿਣਾ ਜੀ ਨੇ ਕਿਹਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਮੁੱਠੀ ਦੇ ਵਿੱਚ ਸਾਰੇ ਸੰਸਾਰ ਦੀ ਦੌਲਤ, ਸਾਰੇ ਸੰਸਾਰ ਦੀ ਦੌਲਤ ਹੈ। ਕਿਸੇ ਨੂੰ ਸਿੱਕਾ ਦਿਖਾਈ ਦਿੱਤਾ, ਕਿਸੇ ਨੂੰ ਗੁਰੂ ਨਾਨਕ ਦੇ ਹੱਥ ਵਿੱਚ ਸਾਰੇ ਸੰਸਾਰ ਦੀ ਜਿਹੜੀ ਦੌਲਤ ਹੈ, ਨੌ ਨਿਧ ਜਿਹੜੇ ਖਜ਼ਾਨੇ ਹਨ ਉਹ ਦਿਖਾਈ ਦਿੱਤੇ। ਤੇ ਉੱਥੋਂ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੁਲੱਖਣੀਏ ਆ ਦੇਖ ਲੈ ਤੇਰੇ ਪੁੱਤਰਾਂ ਦੀ ਦੌੜ ਸਿਰਫ ਸਿੱਕੇ ਤੱਕ ਹੀ ਹੈ। ਤੇ ਬਾਬਾ ਲਹਿਣਾ ਕਹਿ ਰਿਹਾ ਕਿ ਮੇਰੀ ਮੁੱਠੀ ਦੇ ਵਿੱਚ ਪੂਰੇ ਸੰਸਾਰ ਦੇ ਖਜ਼ਾਨੇ, ਇਹਦੇ ਵਿੱਚ ਨਾਮ ਹੈ, ਇਹਦੇ ਵਿੱਚ ਧਨ ਹੈ, ਇਹਦੇ ਵਿੱਚ ਦੌਲਤ ਹੈ, ਇਹਦੇ ਵਿੱਚ ਹਰ ਕਿਸਮ ਦੇ ਸੁੱਖ ਜਿਹੜੇ ਆ ਉਹ ਗੁਰੂ ਨਾਨਕ ਦੀ ਕਹਿੰਦੇ ਮੁੱਠੀ ਵਿੱਚ ਹੈ। ਮਹਾਰਾਜ ਫਰਮਾਉਂਦੇ ਇੱਥੇ ਫਿਰ ਬਾਬਾ ਸੱਤਾ ਜੀ ਫਰਮਾਉਂਦੇ ਲਹਿਣੇ ਧਰਿਓਣ ਛਤਰ ਸਿਰ ਅਸਮਾਨ ਕਿਆੜਾ ਛਿਕਿਓਣ। ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਜੀ ਨੇ ਲਹਿਣੇ ਦੇ ਸਰੀਰ ਦੇ ਉੱਪਰ, ਲਹਿਣੇ ਦੇ ਸਿਰ ਦੇ ਉੱਪਰ ਉਹ ਜਿਹੜਾ ਬਖਸ਼ਿਸ਼ ਰੂਪੀ ਛਤਰ ਸੀ ਨਾ ਉਹ ਰੱਖ ਦਿੱਤਾ। ਅਸਮਾਨ ਕਿਆੜਾ ਛਿਕਿਓਣ। ਫਿਰ ਅਗਲੀ ਪੰਕਤੀ ਦੇਖੋ, ਮਹਾਰਾਜ ਕਹਿੰਦੇ ਬਾਬਾ ਸੱਤਾ ਜੀ ਜੋਤ ਸਮਾਨੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਓਣ। ਹੁਣ ਮਿਕਿਓਣ ਸ਼ਬਦ ਦਾ ਕੀ ਮਤਲਬ ਹੈ? ਜਦੋਂ ਬੱਚੇ ਪਿੰਡਾਂ ਵਿੱਚ ਖੇਡਦੇ ਆ ਨਾ ਤੇ ਉਹ ਆਪਣੇ ਆਪਣੇ ਹਾਂਡੀ ਜਿਹੜੇ ਨਾ ਉਹ ਮਿਕਦੇ ਆ ਕਿ ਇਹ ਮੇਰਾ ਹਾਂਡੀ ਹੈ, ਮੈਂ ਇਹਦੇ ਨਾਲ ਖੇਡਣਾ, ਚਾਹੇ ਕਬੱਡੀ ਦੀ ਲੈ ਲਓ ਜਾਂ ਹੋਰ ਖੇਡਾਂ। ਉਹ ਆਪਣੀ ਉਮਰ ਦੇ ਮੁਤਾਬਕ ਇੱਕ ਦੂਜੇ ਨੂੰ ਮਿਕਦੇ ਆ ਕਿ ਇਹ ਮੇਰੇ ਨਾਲ ਠੀਕ ਹੈ ਤੇ ਅਸੀਂ ਜਿੱਤ ਜਾਵਾਂਗੇ। ਹੁਣ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਮਰ ਜਿਹੜੀ ਹੈ, ਸੰਸਾਰੀ ਉਮਰ ਉਸ ਸਮੇਂ 70 ਸਾਲ ਦੇ ਕਰੀਬ ਹੈ, ਤੇ ਬਾਬਾ ਲਹਿਣਾ ਜੀ ਦੀ ਉਮਰ ਜਿਹੜੀ ਹੈ 35 ਸਾਲ ਦੇ ਕਰੀਬ ਹੈ। ਕਹਿਣ ਤੋਂ ਭਾਵ ਦੁਨੀਆ ਦੇ ਵਿੱਚ ਜਦੋਂ ਆਪਣੇ ਹਾਂਡੀਆਂ ਨੂੰ
अपने साथियों नूं मिकिया जाता, उन्हां दी उम्र देखी जाती है, लेकिन धन धन गुरु नानक देव जी महाराज ने बाबा लहणा जी की उम्र नहीं देखी, क्योंकि उन्हां दी उम्र तो 35 साल 1504 विच बाबा लहणा जी का प्रकाश हो रहा ते 1539 दे विच धन धन गुरु नानक देव जी ज्योति जोत उहदे तो कुछ समा पहला उन्हां नूं गुरता गद्दी ते बिठाउण वास्ते मिक रहे हैं। हुण उत्थे उम्र नहीं देखी जा रही, उत्थे की देखा जा रहा कि गुरु नानक दी आत्मा जिहड़ी है और बाबा लहणा जी की आत्मा जिहड़ी है वो आपस दे विच एक हो गई है। गल इत्थे आत्मा दी है, गल इत्थे उम्र दी नहीं। फिर मैं दोहरावां, दुनिया दे विच जिहड़े दोस्त हन, जदों कोई खेड खेडदे हन ते उन्हां दियां उमरां मिक के उन्हां दी एक टीम बनाई जाती है, जां उन्हां दा भार तोल के जिहड़ी एक टीम बनाई जाती है। लेकिन इत्थे उम्र की गल नहीं है, इत्थे अंदर दी जोत माहे, जोत समानी, गुरु नानक दी जोत समा गई, जोत माहे, जां इंज कह लीए बाबा लहणा जी की आत्मा और धन धन गुरु नानक देव जी की आत्मा जिहड़ी है ना वो एक हो गई। थोड़ा जिहा आपां देखिए गुरु ग्रंथ साहब दे विच जोत दे आखिरी अर्थ की है। एक असीं रोजाना बचन पढ़दे हां, सब मह जोत जोत है सोई। इत्थे जोत दा आखिरी अर्थ आ रहा परमात्मा दी जोत, क्योंकि वो सारियां दे विच कहंदे इक्को जिही है। सब में जोत जोत है सोई। ਆਪਾਂ थोड़ी देर पहला एक प्रमाण दे के गए हैं, मन तू जोत स्वरूप है। उत्थे गल आ रही है आत्मा की, वो जिहड़ी परमात्मा की बख्शिश हुई जिहड़ी रूहानी है ना वो प्रकाश है, उसकी गल हो रही है। मन तू जोत स्वरूप है। महाराज कहते, फिर महाराज कहते परमात्मा रूपी जोत जिहड़ी असीं पढ़ गए हैं पहला, सब में जोत जोत है सोए, तिसदे चानन सब में चानन होए। दूसरा महाराज प्रमाण आत्मा नूं भी जोत किया गया। महाराज फरमांदे ज्योति जोत मिलाई है, सुरती सुरत संजोग, सुरती सुरत संजोग, ज्योति जोत मिलाई है। जिहड़ी परमात्मा जिहड़ी आत्मा रूपी जोत है उसकी इत्थे गल कर रहे हैं। तीसरा जिहड़ा है वो रूहानी प्रकाश की गल कर रहे महाराज, क्योंकि जोत नूं रूहानी प्रकाश भी किया गया, जिन्हों पट साहिबान जी कहते जोत रूप हर आप। इत्थे रूहानी प्रकाश की गल हो रही है। जोत रूप हर आप गुरु नानक कहायो, ताते अंगद पयो, तत् स्यों तत् मिलायो। गुरु नानक देव जी ने अपनी जिहड़ी जोत है वो बाबे लहणा जी दे विच टका दी। महाराज इत्थे कहंदे बाबा सत्ता जी फरमांदे जोत समानी जोत माहे आप, आपने आप ही आप आपे सेती बिके होन। अपने कहते साथी नूं उन्होंने आप ही कहते चुन लिया, अपने बराबर देख लिया, क्योंकि दोनों की आत्मा जिहड़ी है ना वो एक मिक हो गई। अगे फिर फरमांदे सिखा पुत्रा कोख कै, कोख कै सिखा पुत्रा कोख कै, सब उम्मत वेखो जे क्यों। कहते फिर गुरु नानक देव जी ने की किया, अपने पुत्रां दी और सिखां दी कहते जिहड़ी कोख कीती, इन्हां दे विच देखिया कि किहड़ा आउण वाले समय दे विच आपां पिछे भी बेनती करके आए आ कि गुरु नानक दे घर दे विच जदों गद्दी दित्ती गई है ना ते उत्थे ये नहीं देखा गया कि ये मेरा पुत्र है जां ये मेरा रिश्तेदार है, नहीं, उत्थे देखा गया तख्त बह तख्ते की लायक। बस आ गल दा ख्याल करियो। इस तरीके दे नाल जिहड़ी वो परमात्मा की गद्दी रूपी हुंडी है वो अगे गुरु नानक साहब ने दिती, गुरु अंगद देव जी ने अगे गुरु अमरदास दिती। सिर्फ ये दे के तख्त बह तख्ते की लायक गुरु नानक देव जी थे। इत्थे फिर फरमाउंदे बाबा सत्ता जी गुरु नानक देव जी महाराज ने की किया, सिखा पुत्रा कोख कै, सब उम्मत, उम्मत मैंने पूरा संसार पूरा जग पूरे लोग जिहड़े उत्थे सन वेखो जे क्यों देख रहे हैं कि गुरु नानक साहब ने की कर दिता की कीता है। अगली पंक्ति दे विच बाबा सत्ता जी धन धन गुरु अंगद देव जी महाराज दे छतर गुरता गद्दी की रस्म नूं पूरा करदे फरमाउंदे हन, जां सदोस तां लहना टिक्योन, जां सदोस तां लहना टिक्योन। गुरु नानक देव जी महाराज ने लहने नूं
ਟਿਕਾ ਦਿੱਤਾ। ਲਹਿਣੇ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਜੋਤ ਨਾ ਉਹ ਟਿਕਾ ਦਿੱਤੀ। ਇੱਥੇ ਤੱਕ 4 ਪੌੜੀਆਂ ਜਿਹੜੀਆਂ ਰਾਮਕਲੀ ਕੀ ਵਾਰ ਦੀਆਂ ਸੰਪੂਰਨ। ਆਓ ਆਪਾਂ ਫਿਰ ਅੱਜ ਅਰਦਾਸ ਕਰੀਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤ ਜਲੰਦਾ ਰੱਖ ਲੈ अपनी कृपा तार अपनी बख्शिश कर महाराज। रोगी का प्रभ खंडो रोग और सारियां नूं सर्व रोग का औखद नाम। सारियां नूं नाम दी जिहड़ी दवाई है ना वो दिओ तां जो उन्हां दे अंदरले रोग और बाहरले रोग जिहड़े आ वो खत्म हो जाण। इन्नियां को बेनतियां प्रवान करनियां होईयां भुलां चुकां खिमा करनियां। आप जी का सारियां दा तह दिलों बहुत बहुत धन्नवाद। धन धन गुरु ग्रंथ साहिब जी महाराज का कोटान कोट धन्नवाद। वाहिगुरू जी का खालसा